Dear students, I hope you all are fine. Today, in our social science class, we will discuss and read chapter number 8 of your history book, lesson the name Civilizing the Natives, Educating the Nation. ਡੀਅਰ ਸਟੂਡੈਂਟਸ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਚੈਪਟਰ ਨੰਬਰ 8 ਸਟਾਰਟ ਕਰ ਲਿਆ ਸੀਗਾ ਹਿਸਟਰੀ ਦੀ ਲੈਸਨ ਨੰਬਰ 8। ਇਹਦੇ ਵਿੱਚ ਆਪਾਂ ਕੁਝ ਕੁ ਪੋਰਸ਼ਨ ਰੀਡ ਕਰ ਲਿਆ ਸੀਗਾ, ਜਿੱਦਾਂ ਕਿ ਹਾਊ ਦਾ ਬ੍ਰਿਟਿਸ਼ ਸੌ ਐਜੂਕੇਸ਼ਨ, ਹਾਊ ਵਾਜ਼ ਦਾ ਐਜੂਕੇਸ਼ਨ ਅਕੋਰਡਿੰਗ ਟੂ ਦਾ ਬ੍ਰਿਟਿਸ਼, ਠੀਕ ਹੈ, ਵਿਊਜ਼ ਆਫ ਸਮ ਬ੍ਰਿਟਿਸ਼ ਔਨ ਐਜੂਕੇਸ਼ਨ ਸਿਸਟਮ ਇਨ ਇੰਡੀਆ। ਠੀਕ ਹੈ, ਅੱਗੇ ਆਪਾਂ ਕੁਛ ਕੁ ਪੁਆਇੰਟਸ ਰੀਡ ਕੀਤੇ ਸੀਗੇ ਕਿ ਇੰਗਲਿਸ਼ ਐਜੂਕੇਸ਼ਨ ਐਕਟ ਆਫ 1835 ਇਨ ਵਿਚ ਇੰਗਲਿਸ਼ India's official language by replacing Persian। ਠੀਕ ਹੈ, ਇੰਗਲਿਸ਼ ਲੈਂਗੁਏਜ ਬਿਕਮ ਅ ਮੀਡੀਅਮ ਆਫ ਇੰਸਟਰਕਸ਼ਨਸ ਫॉर ਹਾਇਰ ਐਜੂਕੇਸ਼ਨ, ਜਿਹਦੇ ਵਿੱਚ ਆਪਾਂ ਰੀਡ ਕੀਤਾ ਸੀਗਾ ਕਿ ਜਿਹੜੀ ਇੰਗਲਿਸ਼ ਐਜੂਕੇਸ਼ਨ ਆ ਅਕੋਰਡਿੰਗ ਟੂ ਦਾ ਬ੍ਰਿਟਿਸ਼ ਉਹਨਾਂ ਨੇ ਕੀ ਕਿਹਾ ਸੀਗਾ ਕਿ ਲੈਂਗੁਏਜ ਆਫ ਇੰਸਟਰਕਸ਼ਨਸ ਹੋਣੀ ਚਾਹੀਦੀ ਆ, ਤਾਂ ਕਿ ਜਿਹੜੇ ਇੰਡੀਆ ਦੇ ਪੀਪਲਸ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਸਕੇ, ਉਹਨਾਂ ਨੂੰ ਮੋਰਲ ਲੈਂਗੁਏਜ ਦੇ ਨਾਲ ਨਾਲ ਮੋਰਲ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਨਾਲ ਪ੍ਰੈਫਰੈਂਸ ਕੀਤੀ ਜਾਵੇ। ਇਸ ਤੋਂ ਨੈਕਸਟ ਟੋਪਿਕ ਆਪਣਾ ਹੈਗਾ ਆ ਜੀ ਐਜੂਕੇਸ਼ਨ ਫॉर ਕਮਰਸ, ਜਿਹਦੇ ਵਿੱਚ ਆਪਾਂ ਦੇਖਣਾ ਹੈ ਕਿ ਐਜੂਕੇਸ਼ਨ ਕਮਰਸ ਕੀ ਸੀਗਾ। ਇਹਦੇ ਵਿੱਚ ਕੀ ਦੇਖਿਆ ਸੀਗਾ ਕਿ ਵੁਡਸ ਡਿਸਪੈਚ ਵਰਡ ਆਇਆ ਆ, ਠੀਕ ਹੈ। ਕੋਰਟ ਆਫ ਡਾਇਰੈਕਟਰਸ ਆਫ ਈਸਟ ਇੰਡੀਆ ਕੰਪਨੀ ਇਨ ਲੰਡਨ ਸੈਟ ਅਪ ਐਨ ਐਜੂਕੇਸ਼ਨਲ ਡਿਸਪੈਚ ਮੀਨ ਟੂ ਸੇ ਆਰਡਰ ਟੂ ਦਾ ਗਵਰਨਰ ਜਨਰਲ ਇਨ ਇੰਡੀਆ। ਠੀਕ ਹੈ, ਇੱਕ ਕੋਰਟ ਆਫ ਡਾਇਰੈਕਟਰਸ ਜਿਹੜਾ ਕਿ ਸਾਰੇ ਡਾਇਰੈਕਟ ਕਰਦੇ ਸੀ ਈਸਟ ਇੰਡੀਆ ਕੰਪਨੀ ਨੂੰ, ਉਹਨਾਂ ਨੇ ਇੱਕ ਆਰਡਰ ਭੇਜਿਆ ਗਵਰਨਰ ਜਨਰਲ ਇੰਡੀਆ ਨੂੰ, ਜਿਹਦੇ ਵਿੱਚ ਉਹ ਇਸ਼ੂਡ ਬਾਏ ਚਾਰਲਸ ਵੁਡਸ ਦਾ ਪ੍ਰੈਜ਼ੀਡੈਂਟ ਆਫ ਬੋਰਡ ਆਫ ਕੰਟਰੋਲ ਆਫ ਕੰਪਨੀ। ਠੀਕ ਹੈ, ਇਹਨੂੰ ਇਸ਼ੂ ਕੀਤਾ ਸੀਗਾ ਚਾਰਲਸ ਵੁਡ ਨੇ। ਦੈਟਸ ਵਾਈ ਇਟ ਇਜ਼ ਨੋਨ ਐਜ਼ ਵੁਡਸ ਡਿਸਪੈਚ, ਇਟ ਹੈਜ਼ ਕਮ ਟੂ ਬੀ ਨੋਨ ਐਜ਼ ਵੁਡਸ ਡਿਸਪੈਚ। ਠੀਕ ਹੈ, 1854 ਦੇ ਵਿੱਚ ਬੇਟਾ ਜੀ ਇਸ਼ੂ ਹੋਇਆ ਸੀਗਾ। ਇਹਨੂੰ ਵੁਡਸ ਡਿਸਪੈਚ ਕਿਉਂ ਬੋਲਦੇ ਆ ਵੀ ਕਿਉਂਕਿ ਉਹਨੂੰ ਮਤਲਬ ਕਿ ਇਸ਼ੂ ਕਿਹਨੇ ਕੀਤਾ ਸੀਗਾ, ਚਾਰਲਸ ਵੁਡਸ ਨੇ ਕੀਤਾ ਸੀ। ਦੈਟਸ ਵਾਈ ਉਹਦੇ ਨਾਮ 'ਤੇ ਇਹਦਾ ਐਕਟ ਦਾ ਨਾਮ ਰੱਖ ਦਿੱਤਾ ਗਿਆ ਵੁਡਸ ਡਿਸਪੈਚ। ਠੀਕ ਹੈ, ਇਟ ਵਾਜ਼ ਅ ਡਿਟੇਲਡ ਪਲਾਨ ਫॉर ਸਪਰੈਡਿੰਗ ਐਜੂਕੇਸ਼ਨ ਇਨ ਇੰਡੀਆ। ਠੀਕ ਹੈ, ਇਹਦਾ ਮੇਨ ਮੋਟਿਵ ਕੀ ਸੀਗਾ ਜੀ, ਇਹ ਜਿਹੜਾ ਐਕਟ ਸੀਗਾ ਇਟ ਵਾਜ਼ ਅ ਡਿਟੇਲਡ ਪਲਾਨ। ਠੀਕ ਹੈ, ਪਲਾਨ ਸੀਗਾ ਕਿ ਇੰਡੀਆ ਦੇ ਵਿੱਚ ਸਪਰੈਡ ਕਿੱਦਾਂ ਕਰਨਾ ਆ ਇੰਗਲਿਸ਼ ਐਜੂਕੇਸ਼ਨ ਨੂੰ। ਇਟ ਰੈਕਮੈਂਡਡ ਇੰਗਲਿਸ਼ ਲੈਂਗੁਏਜ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਫॉर ਹਾਇਰ ਐਜੂਕੇਸ਼ਨ। ਠੀਕ ਹੈ, ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅਕੋਰਡਿੰਗ ਟੂ ਬ੍ਰਿਟਿਸ਼ ਇੰਗਲਿਸ਼ ਸ਼ੁੱਡ ਬੀ ਦਾ ਲੈਂਗੁਏਜ ਆਫ ਇੰਸਟਰਕਸ਼ਨ ਫॉर ਹਾਇਰ ਐਜੂਕੇਸ਼ਨ। ਠੀਕ ਹੈ, ਉਹਨਾਂ ਦੇ ਅਕੋਰਡਿੰਗ ਕਿ ਜਿਹੜੀ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਆ ਉਹਦੇ ਵਿੱਚ ਜਿਹੜੀ ਇੰਗਲਿਸ਼ ਆ, ਆਪਾਂ ਜਿੱਦਾਂ ਕਿ ਗੱਲ ਕਰਦੇ ਰਹੇ ਕਿ ਬ੍ਰਿਟਿਸ਼ ਪੀਪਲ ਆਰ ਆਲਵੇਜ਼ ਵੈਰੀ ਕਲੈਵਰ। ਠੀਕ ਹੈ, ਦੇ ਵਰ ਕਲੈਵਰ, ਦੇ ਆਰ ਕਲੈਵਰ। ਠੀਕ ਹੈ, ਉਹਨਾਂ ਨੇ ਬ੍ਰਿਟਿਸ਼ ਦੇ ਇੰਡੀਆ ਦੇ ਵਿੱਚ ਮਤਲਬ ਕਿ ਆਏ ਫॉर ਟਰੇਡ ਲਈ ਆਏ ਸੀਗੇ, ਬਟ ਉਹਨਾਂ ਨੇ ਆਪਣੀ ਪਰਮਾਨੈਂਟ ਸੈਟਲਮੈਂਟ ਕਰ ਲਈ। ਜਦੋਂ ਉਹਨਾਂ ਨੇ ਪਰਮਾਨੈਂਟ ਸੈਟਲਮੈਂਟ ਕੀਤੀ ਤੇ ਉਹਨਾਂ ਦੇ ਅਕੋਰਡਿੰਗ ਇਹ ਸੀਗਾ ਕਿ ਜਿਹੜਾ ਇੰਡੀਆ ਆ ਉਹ ਸਾਰਾ ਉਹਨਾਂ ਦੇ ਅਕੋਰਡਿੰਗ ਹੀ ਬਣੇ, ਐਜੂਕੇਸ਼ਨ ਵੀ ਉਹਨਾਂ ਦੇ ਅਕੋਰਡਿੰਗ ਹੀ ਬਣੇ। ਪਹਿਲਾਂ ਉਹਨਾਂ ਨੂੰ ਟਰੇਡ ਵਾਲਾ ਕੰਸੈਪਟ ਛੇੜਿਆ ਸੀਗਾ, ਹੁਣ ਉਹਨਾਂ ਨੇ ਐਜੂਕੇਸ਼ਨ ਨੂੰ ਕੰਸੈਪਟ ਨੂੰ ਕੰਸਰਨ ਕੀਤਾ ਕਿ ਐਜੂਕੇਸ਼ਨ ਵੀ ਉਹਨਾਂ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਠੀਕ ਹੈ, ਦਾ ਡਿਸਪੈਚ ਗਿਵ ਇੰਪੋਰਟੈਂਸ ਟੂ ਸੈਕੂਲਰ ਐਜੂਕੇਸ਼ਨ। ਬੇਟਾ ਜੀ ਜਿਹੜਾ ਇਹ ਡਿਸਪੈਚ ਐਜੂਕੇਸ਼ਨ ਐਕਟ ਸੀਗਾ, ਇਹਨਾਂ ਦੇ ਅਕੋਰਡਿੰਗ ਇਹ ਸੀਗਾ ਕਿ ਬ੍ਰਿਟਿਸ਼ ਨੂੰ ਇਹ ਲੱਗਦਾ ਸੀਗਾ ਕਿ ਇਹ ਕੀ ਕਰੂਗਾ, ਰੈਕੋਗਨਾਈਜ਼ ਦ ਐਡਵਾਂਟੇਜ ਦੈਟ ਫਲੋ ਫਰੋਮ ਐਕਸਪੈਂਸ਼ਨ ਆਫ ਟਰੇਡ ਐਂਡ ਕਮਰਸ। ਉਹਨਾਂ ਨੂੰ ਲੱਗਦਾ ਸੀ ਕਿ ਅਗਰ ਉਹਨਾਂ ਨੂੰ ਇਹ ਐਜੂਕੇਸ਼ਨ ਦਿੱਤੀ ਜਾਊਗੀ, ਠੀਕ ਹੈ ਜੀ, ਅਗਰ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਊਗੀ ਮਤਲਬ ਕਿ ਉਹਨਾਂ ਨੂੰ ਕੀ ਹੋਊਗਾ, ਰੈਕੋਗਨਾਈਜ਼ ਐਡਵਾਂਟੇਜ ਆਫ ਦੈਟ ਫਲੋ ਫਰੋਮ ਦਾ ਇੰਪੋਰਟ ਆਫ ਡਿਵੈਲਪਿੰਗ the sources of the wood that change their taste and desire and create a demand for British good। ਮਤਲਬ ਕਿ ਉਹਨਾਂ ਨੂੰ ਕੀ ਹੋ ਗਿਆ, ਇਹ ਫੀਲ ਹੋਣ ਲੱਗ ਗਿਆ ਸੀ, ਕੀ ਫੀਲ ਹੋਣ ਲੱਗ ਗਿਆ ਸੀ ਉਹਨਾਂ ਨੂੰ ਕਿ ਮੀਨ ਟੂ ਸੇ ਕਿ ਉਹਨਾਂ ਨੂੰ ਲੱਗ ਗਿਆ ਸੀਗਾ ਕਿ ਅਗਰ ਅਸੀਂ ਬ੍ਰਿਟਿਸ਼ ਦੇ ਵਿੱਚ ਕੁਛ ਚੇਂਜ ਲੈ ਕੇ ਆਉਣਾ ਚਾਹੁੰਦੇ ਹਾਂ, ਕਿਉਂਕਿ ਉਹ ਆਪਣੇ ਜਿੰਨਾ ਵੀ ਕੰਸੈਪਟ ਸੀਗੇ ਸਾਰੇ ਬ੍ਰਿਟਿਸ਼ ਜਿਹੜੇ ਇੰਡੀਆ ਦੇ ਵਿੱਚ ਲੈ ਕੇ ਆਉਂਦੇ ਸੀ, ਉਹਨਾਂ ਨੂੰ ਲੱਗਿਆ ਸੀ ਕਿ ਅਗਰ ਅਸੀਂ ਇੰਡੀਆ ਨੂੰ ਆਪਣੇ ਅਕੋਰਡਿੰਗ ਚਲਾਵਾਂਗੇ ਉਹਨਾਂ ਦਾ ਟੇਸਟ ਬਦਲ ਜਾਊਗਾ। ਅਗਰ ਉਹਨਾਂ ਨੂੰ ਆਪਣੇ ਅਕੋਰਡਿੰਗ ਟ੍ਰੇਨਡ ਕਰਾਂਗੇ ਤਾਂ ਜਿੱਦਾਂ ਉਹਦੀ ਸਾਡੀ ਲਾਈਫ ਆ ਉਹ ਸਾਡੀ ਲਾਈਫ ਤੋਂ ਮੋਟੀਵੇਟ ਹੋਣਗੇ ਅਤੇ ਆਪਣੇ ਆਪ ਨੂੰ ਉੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨਗੇ, ਉਹ ਇੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਦੈਟ ਮੀਨਸ ਟੂ ਸੇ ਕਿ ਬ੍ਰਿਟਿਸ਼ ਪ੍ਰੋਡਕਟਸ ਦੀ ਡਿਮਾਂਡ ਵਧੂਗੀ। ਠੀਕ ਹੈ, ਟਰੇਡ ਵਧੂਗਾ, ਉਹਨਾਂ ਦਾ ਮੇਨ ਮੋਟਿਵ ਕੀ ਸੀਗਾ, ਆਪਾਂ ਆਲਵੇਜ਼ ਗੱਲ ਕਰਦੇ ਹਾਂ ਕਿ ਉਹਨਾਂ ਦਾ ਟਰੇਡ ਵਧੂਗਾ। ਹੋਰ ਕੀ ਸੀਗਾ ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਵੁਡਸ ਡਿਸਪੈਚ ਆਲਸੋ ਇਮਫੇਸਿਸਡ ਔਨ ਇੰਪਾਰਟਿੰਗ ਯੂਰੋਪੀਅਨ ਸਿਸਟਮ ਆਫ ਐਜੂਕੇਸ਼ਨ। ਇਟ ਏਮਡ ਟੂ ਸਿਵਲਾਈਜ਼ ਇੰਡੀਅਨ ਪੀਪਲ ਬਾਈ ਡਿਵੈਲਪਿੰਗ ਇੰਡੀਅਨ ਇੰਗਲਿਸ਼ ਟੇਸਟ। ਠੀਕ ਹੈ, ਉਹਨਾਂ ਦਾ ਮੇਨ ਮੋਟਿਵ ਇਹੀ ਸੀਗਾ ਕਿ ਇੰਡੀਆ ਦੇ ਪੀਪਲ ਨੂੰ ਮਤਲਬ ਕਿ ਸਿਵਲਾਈਜ਼ ਕਰਨਾ ਬਾਈ ਡਿਵੈਲਪਿੰਗ ਇੰਗਲਿਸ਼ ਟੇਸਟ। ਠੀਕ ਹੈ,
ਔਰ ਉਹਦੇ ਵਿੱਚ ਕੀ ਸੀਗਾ ਇਹਨਾਂ ਨੇ ਜਿਹੜਾ ਕਿ ਇਹਦੇ ਵਿੱਚ ਦੱਸਿਆ ਹੋਇਆ ਕਿ ਵੁਡਸ ਡਿਸਪੈਚ ਆਲਸੋ ਆਰਗਿਊਡ ਦੈਟ ਯੂਰੋਪੀਅਨ ਲਰਨਿੰਗ ਵੁੱਡ ਇੰਪਰੂਵ ਮੋਰਲ ਕਰੈਕਟਰ ਆਫ ਇੰਡੀਅਨਸ। ਉਹਨਾਂ ਦੇ ਅਕੋਰਡਿੰਗ ਇਹ ਹੈ ਕਿ ਜਿਹੜੇ ਇੰਡੀਅਨ ਪੀਪਲਸ ਨੇ ਦੇ ਆਰ ਸੈਂਸਲੈਸ, ਉਹਨਾਂ ਨੂੰ ਕੱਪੜੇ ਪਾਉਣ ਦਾ ਮਤਲਬ ਕਿ ਖਾਣ ਪੀਣ ਦਾ ਉਹਨਾਂ ਦਾ ਕਲਚਰ, ਉਹਨਾਂ ਦੀ ਲੈਂਗੁਏਜ ਬਿਲਕੁਲ ਵਧੀਆ ਨਹੀਂ ਹੈਗੀ। ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਮਤਲਬ ਕਿ ਜਿਹੜੇ ਬ੍ਰਿਟਿਸ਼ ਪੀਪਲਸ ਨੂੰ ਲੱਗਦਾ ਸੀਗਾ ਕਿ ਇਹਨਾਂ ਦਾ ਮੋਰਲ ਕਰੈਕਟਰ ਡਿਵੈਲਪ ਕੀਤਾ ਜਾ ਸਕਦਾ ਹੈ ਬਾਏ ਵੁਡਸ ਡਿਸਪੈਚ ਐਕਟ, ਠੀਕ ਹੈ। ਉਹਨਾਂ ਨੂੰ ਜਦੋਂ ਇੰਡੀਆ ਦੇ ਵਿੱਚ ਆਏ ਸੀ ਇਸ ਟ੍ਰੇਡ ਲਈ, ਤਾਂ ਉਹਨਾਂ ਨੂੰ ਕਾਫੀ ਸਾਰੇ ਸਰਵੈਂਟਸ ਦੀ ਜ਼ਰੂਰਤ ਪੈਂਦੀ ਸੀ। ਉਹ ਸਰਵੈਂਟਸ ਜਿਹੜੇ ਉਹਨਾਂ ਦੀ ਲੈਂਗੁਏਜ ਨੂੰ ਸਮਝ ਸਕਣ, ਉਹ ਫੋਰਨ ਕੰਟਰੀਜ਼ ਤੋਂ ਮੰਗਵਾਉਂਦੇ ਹੁੰਦੇ ਸੀ, ਆਪਣੀ ਕੰਟਰੀ ਤੋਂ ਮੰਗਵਾਉਂਦੇ ਹੁੰਦੇ ਸੀ। ਬਟ ਅਗਰ ਉਹ ਇੰਗਲਿਸ਼ ਨੂੰ ਇੱਥੇ ਮਤਲਬ ਕਿ ਅਪਲਾਈ ਕਰ ਦੇਣਗੇ ਇੰਡੀਆ ਦੇ ਵਿੱਚ, ਦੈਟ ਮੀਨਸ ਟੂ ਸੇ ਕਿ ਉਹਨਾਂ ਨੂੰ ਈਜ਼ੀ ਹੋ ਜਾਊਗਾ ਕਿ ਉਹ ਆਪਣੇ ਹੀ ਸਰਵੈਂਟਸ ਮਤਲਬ ਕਿ ਇੰਡੀਆ ਦੇ ਵਿੱਚੋਂ ਹੀ ਸਰਵੈਂਟਸ ਨੂੰ ਕੀ ਕਰ ਸਕਦੇ ਨੇ, ਲੈ ਸਕਦੇ ਨੇ। ਇਟਸ ਆਲਸੋ ਬਲੀਵਡ ਦੈਟ ਇੰਗਲਿਸ਼ ਐਜੂਕੇਸ਼ਨ ਵੁੱਡ ਮੇਕ ਇੰਡੀਅਨਸ ਟਰੁਥਫੁਲ ਐਂਡ ਓਨੈਸਟ, ਠੀਕ ਹੈ। ਉਹਨਾਂ ਦੇ ਅਕੋਰਡਿੰਗ ਇਹ ਵੀ ਸੀਗਾ ਕਿ ਜਿਹੜੀ ਇੰਗਲਿਸ਼ ਲੈਂਗੁਏਜ ਆ ਵੁੱਡ ਮੇਕ ਇੰਡੀਅਨ ਟਰੁਥਫੁਲ ਐਂਡ ਓਨੈਸਟ, ਮਤਲਬ ਕਿ ਇੰਗਲਿਸ਼ ਜਿਹੜੇ ਪੀਪਲਸ ਨੇ, ਇੰਗਲਿਸ਼ ਜਿਹੜੀ ਲੈਂਗੁਏਜ ਹੈ ਇੰਡੀਆ ਦੇ ਪੀਪਲ ਨੂੰ ਟਰੁਥ ਅਤੇ ਓਨੈਸਟ ਬਣਾ ਦੇਗੀ, ਠੀਕ ਹੈ ਜੀ। One of the objectives of Woods dispatch was to supply qualified Indians who would be loyal to the company, ਠੀਕ ਹੈ। ਉਹਨਾਂ ਦਾ ਮੇਨ ਮੋਟਿਵ ਕੀ ਸੀਗਾ ਪੁੱਤਰ ਜੀ, ਉਹਨਾਂ ਦਾ ਮੇਨ ਮੋਟਿਵ ਵੁਡਸ ਡਿਸਪੈਚ ਦਾ ਇਹੀ ਸੀਗਾ ਕਿ ਉਹ ਸਪਲਾਈ ਕਰ ਸਕਣ ਕੁਆਲੀਫਾਈਡ ਇੰਡੀਅਨਸ, ਮਤਲਬ ਜਿਨ੍ਹਾਂ ਨੂੰ ਲੈਂਗੁਏਜ ਆਉਂਦੀ ਹੋਵੇ, ਜਿਹੜੇ ਬ੍ਰਿਟਿਸ਼ ਦੇ ਅਕੋਰਡਿੰਗ ਕੰਮ ਕਰਨ। ਹੂ ਵੁੱਡ ਬੀ ਲੋਇਲ ਮਤਲਬ ਓਨੈਸਟ ਲੈਂਡ, ਬੀ ਓਨੈਸਟ ਟੂ ਦ ਕੰਪਨੀ, ਕਿਹੜੀ ਕੰਪਨੀ, ਈਸਟ ਇੰਡੀਆ ਕੰਪਨੀ। ਸੋ ਆਈ ਹੋਪ ਤੁਹਾਨੂੰ ਪੂਰਾ ਕਲੀਅਰ ਹੋਊਗਾ, ਠੀਕ ਹੈ। ਕੀ ਚੀਜ਼ ਸੀ ਆਪਾਂ ਐਜੂਕੇਸ਼ਨ ਫॉर ਕਮਰਸ, ਇਹਦੇ ਵਿੱਚ ਕੀ ਸੀਗਾ ਕਿ ਆਪਾਂ ਨੂੰ ਉਹਨਾਂ ਨੇ ਬ੍ਰਿਟਿਸ਼ ਨੂੰ ਰੈਡੀ ਕੀਤਾ, ਠੀਕ ਹੈ। ਬ੍ਰਿਟਿਸ਼ ਨੇ ਇੰਡੀਆ ਨੂੰ ਰੈਡੀ ਕੀਤਾ, ਇੰਡੀਆ ਦੇ ਪੀਪਲਸ ਨੂੰ ਰੈਡੀ ਕੀਤਾ ਫॉर ਟ੍ਰੇਡ, ਮਤਲਬ ਕਿ ਉਹਨਾਂ ਨੂੰ ਲੱਗਿਆ ਸੀਗਾ ਕਿ ਅਗਰ ਅਸੀਂ ਇੰਡੀਆ ਦੇ ਵਿੱਚ ਰਹਿਣਾ ਹੈ ਤਾਂ ਜਿਹੜੇ ਬ੍ਰਿਟਿਸ਼ ਦੇ ਇੰਡੀਆ ਦੇ ਲੋਕ ਨੇ ਬ੍ਰਿਟਿਸ਼ ਪੀਪਲ ਨੂੰ ਫੋਲੋ ਕਰਨ, ਉਹਨਾਂ ਨੇ ਡਿਜ਼ਾਇਰ ਚੇਂਜ ਹੋਣ ਅਕੋਰਡਿੰਗ ਟੂ ਦ ਬ੍ਰਿਟਿਸ਼, ਉਹਨਾਂ ਦਾ ਵਪਾਰ ਵਧੂਗਾ, ਉਹਨਾਂ ਦੇ ਜਿਹੜੀਆਂ ਗੁਡਸ ਨੇ ਯਾਨੀ ਕਿ ਪ੍ਰੋਡਕਟਸ ਦੀ ਡਿਮਾਂਡ ਕੀਤੀ ਜਾਊਗੀ। ਫੋਰ ਐਗਜ਼ਾਮਪਲ ਅਗਰ ਆਪਾਂ ਕਿਸੇ ਪਰਸਨ ਨੂੰ ਮੰਨਦੇ ਹਾਂ, ਠੀਕ ਹੈ, ਲਾਈਕ ਕਰਦੇ, ਤਾਂ ਆਪਾਂ ਕਹਿੰਦੇ ਕਿ ਆਪਾਂ ਉਹਦੇ ਤਰ੍ਹਾਂ ਪਹਿਰਾਵਾ ਪਹਿਨਣਾ ਆ, ਉਹਨਾਂ ਦੀ ਲੈਂਗੁਏਜ ਬੋਲਣੀ ਆ, ਸੇਮ ਕਲਚਰ ਸੀਗਾ ਕਿ ਬ੍ਰਿਟਿਸ਼ ਨੂੰ ਲੱਗਦਾ ਸੀਗਾ ਕਿ ਇੰਡੀਅਨ ਵੀ ਸਾਨੂੰ ਫੋਲੋ ਕਰਨ, ਅਤੇ ਇਹਦੇ ਨਾਲ ਕੀ ਹੋਊਗਾ, ਉਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਵਧੂਗੀ ਅਤੇ ਉਹਨਾਂ ਦਾ ਟ੍ਰੇਡ ਵਧੂਗਾ, ਠੀਕ ਹੈ। ਹੋਰ ਚੀਜ਼ ਕੀ ਸੀ ਵੁਡਸ ਡਿਸਪੈਚ ਦੇ ਵਿੱਚ ਕਿ ਜਿਹੜਾ ਅਨੇਬਲ ਬਣਾ ਦੇਗੀ ਜਿਹੜੀ ਇੰਡੀਆ ਦੇ ਪੀਪਲ ਨੂੰ, ਮਤਲਬ ਕਿ ਟਰੁਥਫੁਲ ਬਣਾ ਦੇਗੀ, ਓਨੈਸਟ ਬਣਾ ਦੇਗੀ ਅਤੇ ਲੋਇਲ ਬਣਾ ਦੇਗੀ, ਲਾਇਲ ਟੂ ਦ ਕੰਪਨੀ, ਠੀਕ ਹੈ। ਈਸਟ ਇੰਡੀਆ ਕੰਪਨੀ ਦੇ ਪ੍ਰਤੀ ਉਹਨੂੰ ਕੀ ਬਣਾ ਦੇਗੀ, ਲੋਇਲ ਬਣਾ ਦੇਗੀ। ਅਟੈਂਪਟਸ ਵਰ ਮੇਲਸ ਆਲਸੋ ਮੇਡ ਟੂ ਬ੍ਰਿੰਗ ਅਬਾਊਟ ਚੇਂਜਸ ਵਿਦਨ ਦ ਸਿਸਟਮ ਆਫ ਸਕੂਲ ਐਜੂਕੇਸ਼ਨ। ਪੁੱਤਰ ਜੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇਟਸ ਅਬਾਊਟ ਇੰਸਟਰਕਸ਼ਨ ਫॉर ਹਾਇਰ ਐਜੂਕੇਸ਼ਨ, ਠੀਕ ਹੈ। ਇਹ ਹਾਇਰ ਐਜੂਕੇਸ਼ਨ ਦੀ ਗੱਲ ਕਰ ਰਹੇ ਸੀਗੇ, ਪਰ ਹੌਲੀ ਹੌਲੀ ਕੀ ਉਹਨਾਂ ਨੇ ਸੈਟਅਪ ਕਰਨ ਕਾਫੀ ਜਗ੍ਹਾ 'ਤੇ ਯੂਨੀਵਰਸਿਟੀ ਸੈਟਅਪ ਕੀਤੀਆਂ ਸੀਗੀਆਂ। ਯੂਨੀਵਰਸਿਟੀ ਜਿਹੜੀ ਪਿਕਚਰ ਦਿੱਤੀ ਹੋਈ ਨੀਚੇ, ਬੰਬੇ ਯੂਨੀਵਰਸਿਟੀ 19th ਸੈਂਚੁਰੀ ਦੀ ਪਿਕਚਰ ਹੈ ਬੇਟਾ ਜੀ, ਇਹ ਜਿਹੜੀ ਬ੍ਰਿਟਿਸ਼ ਪੀਪਲਸ ਨੇ ਬਣਾਈ ਸੀਗੀ, ਠੀਕ ਹੈ। ਉਹਨਾਂ ਨੇ ਹੌਲੀ ਹੌਲੀ ਪਹਿਲਾਂ ਉਹਨਾਂ ਨੇ ਸਕੂਲ ਜਿਹੜੀ ਐਜੂਕੇਸ਼ਨ ਸੀਗੀ ਉਹਦੇ ਵਿੱਚ ਮਤਲਬ ਕਿ ਇੰਟਰਫੇਰੈਂਸ ਨਹੀਂ ਕੀਤੀ ਸੀ, ਪਰ ਹੌਲੀ ਹੌਲੀ ਉਹਨਾਂ ਨੇ ਸਕੂਲ ਐਜੂਕੇਸ਼ਨ ਦੇ ਵਿੱਚ ਵੀ ਇੰਟਰਫੇਰੈਂਸ ਕਰਨੀ ਸਟਾਰਟ ਕਰ ਦਿੱਤੀ। ਉਸ ਤੋਂ ਬਾਅਦ ਕੀ ਸੀਗਾ, ਡਿਮਾਂਡ ਫॉर ਮੋਰਲ ਐਜੂਕੇਸ਼ਨ। ਹੁਣ ਓਬਵੀਅਸਲੀ ਹੈ ਕਿ ਕੋਈ ਵੀ ਅਗਰ ਆਪਾਂ ਐਕਟ ਲੈਂਦੇ ਹਾਂ, ਹਰ ਇੱਕ ਚੀਜ਼ ਦੇ ਪੋਜ਼ੀਟਿਵ ਅਤੇ ਨੈਗੇਟਿਵ ਇਫੈਕਟ ਹੁੰਦੇ ਨੇ, ਤਾਂ ਸੇਮ ਚੀਜ਼ ਇੱਥੇ ਸੀਗੀ। ਤਾਂ ਇਸ ਚੀਜ਼ ਦੇ ਵੀ ਮਤਲਬ ਕਿ ਨੈਗੇਟਿਵ ਇਫੈਕਟ ਕਾਫੀ ਸੀਗੇ, ਕਾਫੀ ਪੀਪਲ ਸੀਗੇ ਜਿਹੜੇ ਇਹਦੇ ਅਗੇਂਸਟ ਸੀਗੇ, ਠੀਕ ਹੈ, ਇੰਗਲਿਸ਼ ਐਜੂਕੇਸ਼ਨ ਦੇ ਖਿਲਾਫ ਸੀਗੇ। ਤਾਂ ਸੇਮ ਸੀਗੇ ਜਿਵੇਂ ਕਿ ਆਪਣੀ ਕੰਟਰੀ ਦੇ ਵਿੱਚ ਬ੍ਰਿਟਿਸ਼ ਆਏ ਸੀਗੇ ਫॉर ਟ੍ਰੇਡ, ਅਤੇ ਇੱਥੇ ਆਪਣੀ ਕੰਟਰੀ ਦੇ ਵਿੱਚ ਹੋਰ ਆਏ ਸੀ ਕ੍ਰਿਸਚਨ ਮਿਸ਼ਨਰੀਜ਼ ਆਈਆਂ ਸੀਗੀਆਂ, ਜਿਹੜੇ ਕਿ ਮਤਲਬ ਕਿ ਬ੍ਰਿਟਿਸ਼ ਪੀਪਲ ਤਾਂ ਆਪਣੀ ਕੰਟਰੀ 'ਚ ਟ੍ਰੇਡ ਲਈ ਆਏ ਸੀਗੇ, ਬਟ ਜਿਹੜੀਆਂ ਕ੍ਰਿਸਚਨ ਮਿਸ਼ਨਰੀ ਸੀਗੀਆਂ ਉਹ ਆਪਣੀ ਕੰਟਰੀ ਦੇ ਵਿੱਚ ਆਏ ਸੀ ਕ੍ਰਿਸਚਨ ਜਿਹੜਾ ਧਰਮ ਆ ਉਹਨੂੰ ਮਤਲਬ ਕਿ ਜ਼ਿਆਦਾ ਫੈਲਾਉਣ ਲਈ, ਸਪਰੈਡ ਕਰਨ ਲਈ, ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਕ੍ਰਿਸਚਨ ਧਰਮ ਨੂੰ ਫੋਲੋ ਕਰਨ। ਹੇਅਰ ਇਜ਼ ਅ ਪਿਕਚਰ ਆਫ ਵਿਲੀਅਮ ਕ੍ਰੇਪ ਵਾਜ਼ ਅ ਸਕਾਟਿਸ਼ ਮਿਸ਼ਨਰੀ ਹੂ ਹੈਲਪਡ ਐਸਟੈਬਲਿਸ਼ ਸਰਾਮਪੁਰ ਮਿਸ਼ਨ, ਠੀਕ ਹੈ। ਇਹ ਮਿਸ਼ਨਰੀਜ਼ ਕੀ ਸੀਗੀਆਂ, ਖਿਲਾਫ ਸੀਗੀਆਂ, ਆਪੋਜ਼ਿਟ ਸੀਗੀਆਂ ਟੂ ਮੋਰਲ, ਮਤਲਬ ਕਿ ਬ੍ਰਿਟਿਸ਼ ਐਜੂਕੇਸ਼ਨ ਦੇ। ਉਹਨਾਂ ਦੇ ਅਕੋਰਡਿੰਗ ਕਿ ਪਰਸਨ ਨੂੰ ਮੋਰਲ ਐਜੂਕੇਸ਼ਨ ਦੇਣੀ ਚਾਹੀਦੀ ਆ। ਉਹ ਮੋਰਲ ਐਜੂਕੇਸ਼ਨ ਕਿੱਥੋਂ ਮਿਲੂਗੀ, ਉਹ ਮੋਰਲ ਐਜੂਕੇਸ਼ਨ ਮਿਲੂਗੀ ਬਾਏ ਓਨਲੀ ਜੇਕਰ ਕ੍ਰਿਸਚਨ ਐਜੂਕੇਸ਼ਨ, ਠੀਕ ਹੈ। ਇਹਨਾਂ ਨੇ ਲਿਖਿਆ ਹੋਇਆ ਗਿਆ ਕਿ ਮਿਸ਼ਨਰੀਜ਼ ਫੀਲਡ ਦੈਟ ਐਜੂਕੇਸ਼ਨ ਸ਼ੁੱਡ ਅਟੈਂਪਟ ਟੂ ਇੰਪਰੂਵ ਮੋਰਲ ਕਰੈਕਟਰ ਆਫ ਪੀਪਲ ਐਂਡ ਮੋਰੈਲਿਟੀ ਕੁੱਡ ਬੀ ਇੰਪਰੂਵਡ ਓਨਲੀ ਥਰੂ ਕ੍ਰਿਸਚਨ ਐਜੂਕੇਸ਼ਨ, ਠੀਕ ਹੈ। ਉਹਨਾਂ ਨੇ ਕੀ ਕਿਹਾ ਕਿ ਜਿਹੜੀ ਮੋਰੈਲਿਟੀ ਆ ਉਹ ਕਿਹਦੇ ਰਾਹੀਂ ਸਿਰਫ ਹੋ ਸਕਦੀ ਹੈ, ਕ੍ਰਿਸਚਨ ਐਜੂਕੇਸ਼ਨ ਰਾਹੀਂ ਹੋ ਸਕਦੀ ਹੈ। ਕ੍ਰਿਸਚਨ ਐਜੂਕੇਸ਼ਨ ਨੂੰ ਜ਼ਿਆਦਾ ਮੰਨਦੇ ਸੀਗੇ ਉਹ। ਅੰਟਿਲ, ਠੀਕ ਹੈ, until 1813 the East India Company was opposed to missionary activities in India, ਠੀਕ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬ੍ਰਿਟਿਸ਼ ਸੀਗੇ ਅਗਰ ਉਹਨਾਂ ਦੇ ਕੋਈ ਅਗੇਂਸਟ ਜਾ ਰਿਹਾ ਸੀਗਾ, ਹੁਣ ਜਿਹੜੇ ਕ੍ਰਿਸਚਨ ਮਿਸ਼ਨਰੀ ਸੀਗੀਆਂ ਉਹ ਤਾਂ ਆਪੋਜ਼ਿਟ ਸੀ ਨਾ ਬ੍ਰਿਟਿਸ਼ ਦੇ, ਕਿਉਂਕਿ ਉਹ ਕਹਿੰਦੇ ਸੀਗੇ ਕਿ ਇੰਗਲਿਸ਼ ਐਜੂਕੇਸ਼ਨ ਨੂੰ ਇੰਪਲਾਈ ਨਹੀਂ ਕਰਨਾ ਚਾਹੀਦਾ, ਮੋਰਲ ਐਜੂਕੇਸ਼ਨ ਦੇਣੀ ਚਾਹੀਦੀ ਲੋਕਾਂ ਨੂੰ, ਠੀਕ ਹੈ। ਪਰ ਉਹ ਮਤਲਬ ਕਿ ਕਾਫੀ ਜ਼ਿਆਦਾ ਇਹਦੇ ਆਪੋਜ਼ਿਟ ਸੀਗੇ ਜਿਹੜੇ ਬ੍ਰਿਟਿਸ਼ ਕੰਪਨੀ ਸੀਗੀ। ਉਹਨਾਂ ਨੇ ਮਤਲਬ ਕਿ ਕਾਫੀ ਜ਼ਿਆਦਾ ਜਿਹੜੀਆਂ ਐਕਟੀਵਿਟੀ ਸੀਗੀਆਂ ਉਹਨਾਂ ਨੂੰ ਖਤਮ ਵੀ ਕੀਤਾ, ਰੋਕਿਆ ਵੀ ਕਾਫੀ ਜ਼ਿਆਦਾ। ਪਰ ਕਈ ਜਗ੍ਹਾ 'ਤੇ ਜਿੱਥੇ ਮਤਲਬ ਕਿ ਬ੍ਰਿਟਿਸ਼ ਦਾ ਕੰਟਰੋਲ ਨਹੀਂ ਸੀਗਾ, ਜਿਹੜੀਆਂ ਜਗ੍ਹਾ 'ਤੇ ਬ੍ਰਿਟਿਸ਼ ਦਾ ਕੰਟਰੋਲ ਨਹੀਂ ਸੀਗਾ, ਉੱਥੇ ਮਤਲਬ ਕਿ ਬ੍ਰਿਟਿਸ਼ ਜਿਹੜੀਆਂ ਕ੍ਰਿਸਚਨ ਮਿਸ਼ਨਰੀਜ਼ ਨੇ ਉਹਨਾਂ ਨੇ ਕਾਫੀ ਸਾਰੇ ਸਕੂਲ ਉੱਥੇ ਐਸਟੈਬਲਿਸ਼ ਕੀਤੇ, ਠੀਕ ਹੈ। ਆ ਦੇਖੋ ਨਾ ਲਿਖਿਆ ਹੋਇਆ, ਦ ਮਿਸ਼ਨਰੀਜ਼ ਸੈਟ ਅਪ ਅ ਮਿਸ਼ਨ ਐਟ ਸਿਰਾਮਪੁਰ ਇਨ ਐਨ ਏਰੀਆ ਅੰਡਰ ਦ ਕੰਟਰੋਲ ਆਫ ਡੈਨਿਸ਼ ਈਸਟ ਇੰਡੀਆ ਕੰਪਨੀ, ਠੀਕ ਹੈ। ਡੈਨਿਸ਼ ਈਸਟ ਇੰਡੀਆ ਕੰਪਨੀ ਮੀਨ ਟੂ ਸੇ
ਵੇਟ ਫॉर 1 ਮਿੰਟ। ਤੁਹਾਨੂੰ ਦਿਖਾਉਂਦੀ ਕਿ ਜਿੱਦਾਂ ਆਪਣੀ ਕੰਟਰੀ ਵਿੱਚ ਈਸਟ ਇੰਡੀਆ ਕੰਪਨੀ ਆਈ ਸੀ, ਸੇਮ ਆਪਣੇ ਉੱਥੇ ਕੀ ਡੈਨਿਸ਼ ਈਸਟ ਇੰਡੀਆ ਕੰਪਨੀ ਵੀ ਆਪਣੀ ਆਈ ਸੀ। ਤਾਂ ਜਿਹੜੀਆਂ ਬ੍ਰਿਟਿਸ਼ ਮਿਸ਼ਨਰੀ ਸੀਗੀਆਂ ਉਹਨਾਂ ਨੇ ਉੱਥੇ ਮਤਲਬ ਕਿ ਸਕੂਲ ਇਸਟੈਬਲਿਸ਼ ਕੀਤੇ ਜਿੱਥੇ ਮਤਲਬ ਕਿ ਬ੍ਰਿਟਿਸ਼ ਦਾ ਕੰਟਰੋਲ ਨਹੀਂ ਸੀਗਾ। ਹੌਲੀ ਹੌਲੀ ਕਾਫੀ ਜ਼ਿਆਦਾ ਏਰੀਆ ਦੇ ਵਿੱਚ ਮਤਲਬ ਕਿ ਜਿਹੜੀਆਂ ਐਕਟਿਵ ਬਣ ਗਈਆਂ ਸੀਗੀਆਂ, ਮਿਸ਼ਨਰੀ ਸਕੂਲਸ ਵਗੈਰਾ ਬਣਨ ਲੱਗ ਗਏ ਸੀਗੇ। ਆਹ ਦੇਖੋ ਜਿਹੜੀ ਪਿਕਚਰ ਦਿੱਤੀ ਹੋਈ ਹੈ ਬੇਟਾ, ਇਹ ਮਿਸ਼ਨਰੀ ਸਕੂਲ ਦੀ ਪਿਕਚਰ ਦਿੱਤੀ ਹੋਈ ਹੈ ਕਿ ਕਿੱਦਾਂ ਮਤਲਬ ਕਿ ਉੱਥੇ ਲੈਂਗੁਏਜ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਲੱਗਦਾ ਸੀਗਾ ਕ੍ਰਿਸਚਨ ਮਿਸ਼ਨਰੀ ਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਲੋਕਾਂ ਨੂੰ ਮੋਰਲ ਐਜੂਕੇਸ਼ਨ ਦੇਣੀ ਚਾਹੀਦੀ ਹੈ। ਮੋਰਲ ਐਜੂਕੇਸ਼ਨ ਮੀਨ ਟੂ ਸੇ ਕਿ ਲੋਕਾਂ ਨੂੰ ਵੇ ਆਫ ਲਾਈਫ ਕਿੱਦਾਂ ਮਤਲਬ ਕਿ ਆਪਾਂ ਬਤੀਤ ਕਰਨੀ ਹੈ, ਕਿੱਦਾਂ ਸਪੈਂਡ ਕਰਨੀ ਹੈ, ਕੀ ਕਰਨਾ ਚਾਹੀਦਾ ਹੈ ਲਾਈਫ ਦੇ ਵਿੱਚ, ਜਿਹੜੇ ਲਾਈਫ ਨਾਲ ਰਿਲੇਟਡ ਐਜੂਕੇਸ਼ਨ ਉਹਨਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਸਾਨੀ ਨਾਲ ਆਪਣੀ ਲਾਈਫ ਸਪੈਂਡ ਕਰ ਸਕਣ। ਠੀਕ ਹੈ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਪਹਿਲੇ ਵਾਲੇ 'ਚ ਆਪਾਂ ਕੀ ਕੀਤਾ ਸੀਗਾ ਕਿ ਐਜੂਕੇਸ਼ਨ ਫॉर ਕਮਰਸ, ਬ੍ਰਿਟਿਸ਼ ਦਾ ਮੇਨ ਮਕਸਦ ਕੀ ਸੀਗਾ, ਇੰਡੀਅਨ ਨੂੰ ਤਿਆਰ ਕਰਨਾ ਇੰਗਲਿਸ਼ ਐਜੂਕੇਸ਼ਨ ਦੇ ਕੇ। ਬਟ ਉਹਦੇ ਆਪੋਜ਼ਿਟ ਕੌਣ ਸੀਗੇ, ਠੀਕ ਹੈ, ਉਹਦੇ ਆਪੋਜ਼ਿਟ ਸੀਗੇ ਕ੍ਰਿਸਚਨ ਮਿਸ਼ਨਰੀਜ਼, ਬਿਕੋਜ਼ ਉਹਨਾਂ ਨੂੰ ਲੱਗਦਾ ਸੀਗਾ ਕਿ ਲੋਕਾਂ ਨੂੰ ਮੋਰਲ ਐਜੂਕੇਸ਼ਨ ਦੇਣੀ ਚਾਹੀਦੀ ਹੈ। ਵਟ ਹੈਪਨ ਟੂ ਲੋਕਲ ਸਕੂਲਸ, ਠੀਕ ਹੈ, ਵਟ ਹੈਪਨ ਟੂ ਲੋਕਲ ਸਕੂਲਸ। ਦੇਖੋ ਜਿੱਦਾਂ ਆਪਾਂ ਲੈਸਨ ਨੰਬਰ 4 ਦੇ ਵਿੱਚ, ਹਿਸਟਰੀ ਦੇ ਲੈਸਨ ਨੰਬਰ 4 ਦੇ ਵਿੱਚ ਟਰਾਈਬਲ ਪੀਪਲ ਦੀ ਲਾਈਫ ਬਾਰੇ ਰੀਡ ਕੀਤਾ ਸੀਗਾ, ਬਿਫੋਰ ਬ੍ਰਿਟਿਸ਼ ਆਫਟਰ ਬ੍ਰਿਟਿਸ਼। ਠੀਕ ਹੈ, ਆਪਾਂ ਡਿਫਰੈਂਸ ਦੇ ਤੌਰ 'ਤੇ ਰੀਡ ਕੀਤਾ ਸੀਗਾ ਕਿ ਬਿਫੋਰ ਬ੍ਰਿਟਿਸ਼ ਤੋਂ ਪਹਿਲਾਂ ਜਿਹੜੇ ਟਰਾਈਬਲ ਪੀਪਲ ਉਹਨਾਂ ਦੀ ਲਾਈਫ ਕਿੱਦਾਂ ਹੁੰਦੀ ਹੋਊਗੀ, ਠੀਕ ਹੈ, ਆਫਟਰ ਬ੍ਰਿਟਿਸ਼ ਉਹਨਾਂ ਦਾ ਕੀ ਇਫੈਕਟ ਪਿਆ। ਤਾਂ ਵਟ ਹੈਪਨ ਟੂ ਲੋਕਲ ਸਕੂਲ ਸੇਮ ਹੈ, ਠੀਕ ਹੈ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਵਟ ਵਾਜ਼ ਦ ਕੰਡੀਸ਼ਨਸ ਆਫ ਸਕੂਲ ਬਿਫੋਰ ਬ੍ਰਿਟਿਸ਼ ਐਂਡ ਆਫਟਰ ਬ੍ਰਿਟਿਸ਼। ਠੀਕ ਹੈ, ਕੀ ਚੇਂਜਸ ਕੀਤੀਆਂ ਸੀਗੀਆਂ, ਕਿਉਂਕਿ ਹੁਣ ਓਬਵੀਅਸਲੀ ਉਹ ਚੇਂਜ ਕਰਦੇ ਸੀਗੇ ਸਕੂਲ ਨੂੰ, ਤਾਂ ਕੀ ਚੇਂਜਸ ਕੀਤੀਆਂ ਸੀਗੀਆਂ ਉਹਨਾਂ ਬਾਰੇ ਆਪਾਂ ਰੀਡ ਕਰਨਾ ਹੈ। Do you have any idea of how children were taught in pre-British time? Have you ever wondered whether they went to schools? And if there were schools, what happened to these under British rule? ठीक है, same thing we have to done. Report of William Adam. ਵਿਲੀਅਮ ਐਡਮ ਸੇਮ ਇੱਕ ਪਰਸਨ ਸੀਗਾ ਜਿਹਨੂੰ ਕਿ ਭੇਜਿਆ ਗਿਆ ਸੀ ਇੰਡੀਆ ਦੇ ਵਿੱਚ ਫॉर ਦਾ ਰਿਪੋਰਟ। ਠੀਕ ਹੈ, ਅਲੱਗ-ਅਲੱਗ ਡਿਫਰੈਂਟ ਸਕੂਲ ਸਟਰਕਚਰਸ ਬਾਰੇ ਰੀਡ ਕਰਨ ਲਈ ਭੇਜਿਆ ਗਿਆ ਸੀਗਾ ਕਿ ਸਕੂਲ ਦੇ ਕਿੱਦਾਂ ਦੇ ਇੰਡੀਆ ਦੇ ਵਿੱਚ ਸਕੂਲਸ ਨੇ, ਉੱਥੋਂ ਦਾ ਇਨਵਾਇਰਮੈਂਟ, ਠੀਕ ਹੈ, ਆਲ ਰੂਲ ਐਂਡ ਰੈਗੂਲੇਸ਼ਨਸ ਉਹਨੇ ਆਪਣੀ ਰਿਪੋਰਟ ਦੇ ਵਿੱਚ ਪ੍ਰੈਜ਼ੈਂਟ ਕੀਤੇ ਸੀਗੇ। ਹੇਅਰ ਵੀ ਆਰ ਗੋਇੰਗ ਟੂ ਰੀਡ ਦਾ ਰਿਪੋਰਟ। ਠੀਕ ਹੈ, ਇਨ 1830s ਵਿਲੀਅਮ ਐਡਮ ਅ ਸਕਾਟਿਸ਼ ਮਿਸ਼ਨਰੀ ਸੀਗੇ, ਸਕਾਟਿਸ਼ ਮਿਸ਼ਨਰੀ ਸੀਗਾ ਜਿਹੜਾ ਵਿਲੀਅਮ ਐਡਮ ਸੀਗਾ, toured the districts of Bengal and Bihar to write a report on the progress of education in vernacular schools. Vernacular school mean to say वहाँ पे local schools, ठीक है, vernacular schools, ठीक है, ਤੁਸੀਂ ਦੇਖ ਸਕਦੇ ਹੋ vernacular school mean to say ਕਿ ਉੱਥੋਂ ਦੇ local school ਕਿੱਦਾਂ ਦੇ ਸੀਗੇ, ਉਹਨਾਂ ਬਾਰੇ ਰਿਪੋਰਟ ਦੇਣ ਨੂੰ ਕਿਹਾ ਸੀਗਾ। ਨੈਕਸਟ ਆਪਾਂ ਦੇਖਦੇ ਹਾਂ ਜੀ ਹੁਣ ਕੀ ਸੀਗਾ, ਮਤਲਬ ਕਿ ਵਿਲੀਅਮ ਐਡਮ ਨੇ ਟੂਰ ਕੀਤੇ ਕਾਫੀ ਜਗ੍ਹਾ ਦੇ, ਜਿੱਦਾਂ ਕਿ ਬੰਗਾਲ, ਬਿਹਾਰ ਦੇ ਵਿੱਚ ਦੇਖਿਆ ਕਿ ਕਿੱਦਾਂ ਦਾ ਸਕੂਲਿੰਗ ਸਿਸਟਮ ਕੀ ਸੀਗਾ। ਦਾ ਰਿਪੋਰਟ ਐਡਮ ਪ੍ਰੋਡਿਊਸਡ ਇਜ਼ ਇੰਟਰਸਟਿੰਗ, ਜਿਹੜੀ ਰਿਪੋਰਟ ਐਡਮ ਨੇ ਮਤਲਬ ਕਿ ਦਿੱਤੀ ਸੀਗੀ, ਪ੍ਰੈਜ਼ੈਂਟ ਕੀਤੀ ਸੀ, ਦੈਟ ਵਾਜ਼ ਵੈਰੀ ਇੰਟਰਸਟਿੰਗ। ਉਹਨਾਂ ਨੇ ਕੀ ਦਿੱਤਾ ਸੀਗਾ, Adam found that there were over 1 lakh pathshalas in Bengal and Bihar. These were very small institutions with no more than 20 students each, but the total number of children being taught in these pathshalas were considered over 20 lakhs. 20 lakhs. These institutions were set up by wealthy people or local community at that time. They were started by a teacher guru। ਠੀਕ ਹੈ, ਸਿਸਟਮ ਆਫ ਐਜੂਕੇਸ਼ਨ ਇਨ ਪਾਠਸ਼ਾਲਾਸ ਵਰ ਫਲੈਕਸੀਬਲ, ਮਤਲਬ ਕਿ ਇਹਨਾਂ ਨੇ ਮਤਲਬ ਕਿ ਸਿਸਟਮ ਬਾਰੇ ਦੱਸਿਆ ਕਿ 1 ਲੱਖ ਦੇ ਕਰੀਬ ਪਾਠਸ਼ਾਲਾਸ, ਪਾਠਸ਼ਾਲਾ ਮੀਨ ਟੂ ਸੇ ਸਕੂਲਸ ਲਈ, ਉੱਥੇ ਮਤਲਬ ਕਿ ਸ਼ਬਦ ਯੂਜ਼ ਕੀਤਾ ਹੈ ਸਕੂਲ ਲਈ ਪਾਠਸ਼ਾਲਾਸ। ਠੀਕ ਹੈ, ਹਿੰਦੀ ਦਾ ਵਰਡ ਹੈ ਇਹ ਪਾਠਸ਼ਾਲਾਸ। ਇਹਦੇ ਵਿੱਚ ਮਤਲਬ ਕਿ ਹਰੇਕ ਸਕੂਲ ਦੇ ਵਿੱਚ ਮਤਲਬ ਕਿ 20 ਤੋਂ ਵੱਧ ਸਟੂਡੈਂਟਸ ਨਹੀਂ ਸੀਗੇ, ਬਟ ਟੋਟਲ ਨੰਬਰ ਦੱਸੇ ਕਿੰਨੇ ਜਾਂਦੇ ਸੀਗੇ, 20 ਲੱਖ ਦੇ ਕਰੀਬ ਦੱਸੇ ਜਾਂਦੇ ਸੀਗੇ। ਇੰਸਟੀਟਿਊਸ਼ਨ ਕੌਣ ਸੈਟਅਪ ਕਰਦਾ ਸੀਗਾ, ਵਾਈ ਵੈਲਥੀ ਪੀਪਲਸ ਔਰ ਲੋਕਲ ਕਮਿਊਨਿਟੀ, ਜਿਹੜਾ ਕਿ ਮਤਲਬ ਕਿ ਉਸ ਜਗ੍ਹਾ ਦਾ, ਉਸ ਵਿਲੇਜ ਦਾ, ਉਸ ਪਿੰਡ ਦਾ ਕੋਈ ਵੀ ਪਰਸਨ ਹੋਊਗਾ ਜਦੋਂ ਕੋਲ ਕਾਫੀ ਜ਼ਿਆਦਾ ਮਨੀ ਹੋਊਗੀ, ਉਹੀ ਉਹਨਾਂ ਨੂੰ ਸਟੈਬਲਿਸ਼ ਕਰਦਾ ਸੀਗਾ, ਲਗਾਉਂਦਾ ਸੀਗਾ, ਜਾਂ ਕੋਈ ਲੋਕਲ ਕਮਿਊਨਿਟੀ ਕੋਈ ਵੀ ਜਿਹੜੀ ਉੱਥੇ ਮਤਲਬ ਬਣੀ ਹੁੰਦੀ ਸੀ, ਜਿੱਦਾਂ ਆਪਣੇ ਗਵਰਨਮੈਂਟ ਵਗੈਰਾ ਹੁੰਦੀ ਹੈ, ਸੇਮ ਚੀਜ਼। ਐਟ ਟਾਈਮਸ ਦੇ ਵਾਰ ਸਟਾਰਟਡ ਬਾਈ ਟੀਚਰ ਗੁਰੂ। ਠੀਕ ਹੈ, ਅ ਟੀਚਰ, ਉਹਨਾਂ ਨੂੰ ਮਤਲਬ ਕਿ ਜਿਹੜੀ ਸਟਾਰਟ ਕੀਤਾ ਗਿਆ ਸੀ ਗੁਰੂ ਟੀਚਰ ਨੂੰ, ਉਸ ਟਾਈਮ 'ਤੇ ਗੁਰੂ ਕਹਿੰਦੇ ਹੁੰਦੇ ਸੀਗੇ। ਯੂ ਕੈਨ ਸੀ ਹੇਅਰ ਅ ਪਿਕਚਰ ਵਿਲੇਜ ਪਾਠਸ਼ਾਲਾ, ਜਿਹਦੇ ਵਿੱਚ ਇੱਕ ਗੁਰੂ ਹੈ, ਜਿਹਦੇ ਵਿੱਚ ਕਾਫੀ ਸਾਰੇ ਬੱਚੇ ਬੈਠੇ ਹੋਏ ਨੇ, ਯੰਗ ਪੀਪਲਸ ਨੇ, ਚਿਲਡਰਨਸ ਨੇ, ਠੀਕ ਹੈ, ਛੋਟੇ ਬੱਚੇ ਨੇ, ਬਿਲਕੁਲ ਹੀ ਉਹ ਸੇਮ ਇੱਕੋ ਜਗ੍ਹਾ ਦੇ ਉੱਪਰ ਬੈਠੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿੱਦਾਂ ਦੀ ਕੰਡੀਸ਼ਨ ਸੀਗੀ। ਠੀਕ ਹੈ, ਦੇयर इज़ नो ਸੈਪਰੇਟ ਬਿਲਡਿੰਗ ਫॉर ਸਟੂਡੈਂਟਸ। ਲੈਟਸ ਸਟਾਰਟ ਨਾਓ ਵੀ ਰੀਡ ਦਾ ਰਿਪੋਰਟ। ਠੀਕ ਹੈ, ਦ ਸਿਸਟਮ ਆਫ ਐਜੂਕੇਸ਼ਨ ਇਨ ਪਾਠਸ਼ਾਲਾਸ ਵਾਜ਼ ਫਲੈਕਸੀਬਲ। ਠੀਕ ਹੈ, ਫਲੈਕਸੀਬਲ ਮੀਨ ਟੂ ਸੇ ਕਿ ਚੇਂਜ ਹੋਣ ਵਾਲਾ, ਆਸਾਨੀ ਨਾਲ ਚੇਂਜ ਹੋ ਸਕਦਾ ਸੀਗਾ, ਮਤਲਬ ਕੋਈ ਇੱਦਾਂ ਫਾਈਨਲ ਨਹੀਂ ਸੀਗਾ ਕਿ ਇੱਕ ਵਾਰ ਫਾਈਨਲ ਹੋ ਗਿਆ ਆਪਾਂ ਉਹਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦੇ। ਦੇਰ ਵਰ ਨੋ ਫਿਕਸਡ ਫੀ
No printed books, no separate school building, no benches or chairs, no blackboards, no system of separate classes, no roll call registers, no annual examinations, and no regular timetables. These are the features of schools ਆਫ ਦੈਟ ਟਾਈਮ। ਠੀਕ ਹੈ, ਇਹ ਕੀ ਨੇ ਪੁੱਤਰ ਜੀ ਫੀਚਰਸ ਨੇ, ਕਿਹੜੀਆਂ ਫੀਚਰਸ ਨੇ ਉਸ ਟਾਈਮ ਦੇ ਸਕੂਲ ਦੀਆਂ ਫੀਚਰਸ ਨੇ। ਆਪਾਂ ਨੂੰ ਦੱਸਦੇ ਨੇ ਕਿ ਉੱਥੇ ਕੋਈ ਵੀ ਫੀਸ ਨਹੀਂ ਸੀ, ਫਿਕਸਡ ਫੀਸ ਨਹੀਂ ਸੀ। ਨੋ ਪ੍ਰਿੰਟਡ ਬੁੱਕਸ, ਕੋਈ ਵੀ ਪ੍ਰਿੰਟਡ ਬੁੱਕਸ ਨਹੀਂ ਸੀ ਹੁੰਦੀਆਂ। ਯੂ ਕੈਨ ਸੀ ਇਹਨਾਂ ਦੇ ਬੱਚਿਆਂ ਦੇ ਹੈਂਡਸ ਵਿੱਚ ਕੋਈ ਫਿਕਸ ਨਹੀਂ ਸੀਗੀਆਂ, ਬੁੱਕਸ ਨਹੀਂ ਸੀਗੀਆਂ। ਕੋਈ ਸੈਪਰੇਟ ਬਿਲਡਿੰਗ ਵੀ ਨਹੀਂ ਸੀਗੀ, ਕੋਈ ਸੈਪਰੇਟ ਬਿਲਡਿੰਗ ਨਹੀਂ ਸੀ, ਕੋਈ ਸੈਪਰੇਟ ਕਲਾਸਰੂਮ ਨਹੀਂ ਸੀ, ਕੋਈ ਰਜਿਸਟਰਸ ਨਹੀਂ ਸੀ, ਰੋਲ ਕਾਲ ਡੇਲੀ ਅਟੈਂਡੈਂਸ ਨਹੀਂ ਸੀ ਲੱਗਦੀ, ਕੋਈ ਉਹਨਾਂ ਦੇ ਲਈ ਐਨੂਅਲ ਐਗਜ਼ਾਮੀਨੇਸ਼ਨਸ ਨਹੀਂ ਸੀ ਹੁੰਦੇ, ਔਰ ਰੈਗੂਲਰ ਟਾਈਮ ਟੇਬਲ ਵੀ ਬਿਲਕੁਲ ਨਹੀਂ ਸੀ ਹੁੰਦਾ। ਠੀਕ ਹੈ, classes in some places were held under trees in the corner of blaze shop or temple or at guru's home। ਇੱਕ ਹੋਰ ਚੀਜ਼ ਕੀ ਸੀਗੀ, ਕਿੰਨੀਆਂ ਕਲਾਸਿਸ ਹੁੰਦੀਆਂ ਸੀ ਉਸ ਟਾਈਮ 'ਤੇ, ਜਾਂ ਤਾਂ ਉਹ ਕਿਸੇ ਟਰੀ ਦੇ ਅੰਡਰ ਲਗਾ ਲਈਆਂ ਜਾਂਦੀਆਂ ਸੀ, ਜਾਂ ਤਾਂ ਕਾਰਨਰ ਆਫ ਬਲੇਜ਼ ਸ਼ਾਪ, ਕੋਈ ਵੀ ਬਲੇਜ਼ ਦੇ ਮਤਲਬ ਕਿਨਾਰੇ ਦੇ ਕਿਤੇ ਵੀ ਜੋ ਜਗ੍ਹਾ ਮਿਲਦੀ ਹੁੰਦੀ ਸੀ, ਟੈਂਪਲ ਔਰ ਗੁਰੂ ਹੋਮ। ਠੀਕ ਹੈ, ਜਾਂ ਤਾਂ ਗੁਰੂ ਦੇ ਘਰ ਜਿਹੜਾ ਟੀਚਰ ਹੁੰਦਾ ਸੀ ਉਹਨਾਂ ਦੇ ਘਰ ਲਗਾ ਲਈ ਜਾਂਦੀਆਂ ਸੀ, ਜਾਂ ਫਿਰ ਕਿਤੇ ਮਤਲਬ ਕਿ ਟੈਂਪਲ ਵਗੈਰਾ 'ਚ, ਮੋਸਟਲੀ ਟੈਂਪਲ ਵਗੈਰਾ 'ਚ ਉਸ ਟਾਈਮ 'ਤੇ ਜਿਹੜੀ ਐਜੂਕੇਸ਼ਨ ਸੀ ਉਹ ਦਿੱਤੀ ਜਾਂਦੀ ਸੀਗੀ। ਠੀਕ ਹੈ, ਇੱਕ ਹੋਰ ਚੀਜ਼ ਆਪਾਂ ਨੋਟ ਡਾਊਨ ਕਰਨ ਵਾਲੀ ਹੈ ਇੱਥੇ, ਜਿਹੜੀ ਫੀਸ ਪਾਸ ਡਿਪੈਂਡ ਔਨ ਦੀ ਇਨਕਮ ਆਫ ਪੇਰੈਂਟਸ। ਕਿ ਜਿਹੜੀ ਫੀਸ ਸੀਗੀ ਲਈ ਜਾਂਦੀ ਉਸ ਟਾਈਮ 'ਤੇ, ਗੁਰੂ ਦਕਸ਼ਨਾ ਜਿੱਦਾਂ ਤੁਸੀਂ ਕਹਿੰਦੇ ਆਪਾਂ ਲੈਂਦੇ ਜਿਹੜੇ ਦਿੰਦੇ ਹੁੰਦੇ ਸੀਗੇ, ਉਹ ਡਿਪੈਂਡ ਕਰਦਾ ਹੁੰਦਾ ਸੀ ਪੇਰੈਂਟਸ ਦੀ ਇਨਕਮ 'ਤੇ। ਇਫ ਦ ਪੇਰੈਂਟਸ ਆਰ ਰਿਚ ਦਾ ਫੀਸ ਵਿਲ ਬੀ ਮੋਰ। ਠੀਕ ਹੈ, ਇਫ ਦ ਪੇਰੈਂਟਸ ਆਰ ਪੂਅਰ ਦਾ ਫੀਸ ਵਿਲ ਬੀ ਲੈਸ। ਠੀਕ ਹੈ, ਸੇਮ ਚੀਜ਼ ਸੀਗਾ ਵੀ ਉਹ ਡਿਪੈਂਡ ਕਰਦਾ ਸੀਗਾ ਪੇਰੈਂਟਸ ਦੀ ਇਨਕਮ 'ਤੇ। ਟੀਚਿੰਗ ਵਾਜ਼ ਔਰਲ। ਠੀਕ ਹੈ, ਇਸ ਚੀਜ਼ ਕੀ ਸੀਗੀ, ਜਿਹੜੀ ਟੀਚਿੰਗ ਹੁੰਦੀ ਸੀਗੀ ਉਸ ਟਾਈਮ 'ਤੇ ਔਰਲ ਹੁੰਦੀ ਸੀ। ਐਂਡ ਦ ਗੁਰੂ ਡਿਸਾਈਡਡ ਵਟ ਟੂ ਟੀਚ ਵਿਚ ਵਾਜ਼ ਮੋਸਟਲੀ ਵੇਸਡ ਔਨ ਦ ਨੀਡਸ ਆਫ ਦ ਸਟੂਡੈਂਟਸ। ਠੀਕ ਹੈ, ਕੋਈ ਪਰਟੀਕੂਲਰ ਸਿਲੇਬਸ ਨਹੀਂ ਸੀਗਾ ਉਸ ਟਾਈਮ 'ਤੇ, ਗੁਰੂ ਡਿਸਾਈਡ ਕਰਦਾ ਹੁੰਦਾ ਸੀਗਾ ਕਿ ਕੀ ਟੀਚ ਕਰਨਾ ਹੈ। ਠੀਕ ਹੈ, ਉਹ ਮੋਸਟਲੀ ਦੇਖਦਾ ਹੁੰਦਾ ਸੀ ਬੱਚਿਆਂ ਦੇ ਅਕੋਰਡਿੰਗ ਕਿ ਬੱਚਿਆਂ ਨੂੰ ਕਿੱਦਾਂ ਦਾ ਮਤਲਬ ਕਿ ਡੇਲੀ ਲਾਈਫ, ਉਹਨਾਂ ਦੀ ਰੈਗੂਲਰ ਲਾਈਫ ਜਿਹੜੀ ਸੀਗੀ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਸੀ। ਇਹ ਨਹੀਂ ਸੀਗਾ ਉਹਨਾਂ ਨੂੰ ਸਾਇੰਸ ਮੈਥ ਵਗੈਰਾ ਕੁਛ ਇੱਦਾਂ ਦਾ ਪਰਟੀਕੂਲਰ ਸਬਜੈਕਟ ਹੁੰਦਾ ਸੀਗਾ, ਕੋਈ ਸਬਜੈਕਟ ਨਹੀਂ ਸੀ। ਉਹਨਾਂ ਨੂੰ ਡੇਲੀ ਲਾਈਫ ਨੀਡਸ ਦੇ ਅਕੋਰਡਿੰਗ ਸਟੱਡੀ ਕਰਵਾਇਆ ਜਾਂਦਾ ਸੀ ਕਿ ਉਹਨਾਂ ਨੂੰ ਕੀ ਜ਼ਰੂਰਤ ਆ। ਸਟੂਡੈਂਟ ਵਰ ਨਾਟ ਸੈਪਰੇਟਡ ਆਊਟ ਇਨ ਡਿਫਰੈਂਟ ਕਲਾਸਿਸ ਬਟ ਸੈਟ ਟੂਗੈਦਰ। ਠੀਕ ਹੈ, ਯੂ ਕੈਨ ਸੀ ਹੇਅਰ ਜਿਹਨਾਂ ਸਟੂਡੈਂਟਸ ਨਾਟ ਅਲਾਉਡ ਸੈਪਰੇਟਡ ਆਊਟ ਇਨ ਡਿਫਰੈਂਟ ਕਲਾਸਿਸ ਬਟ ਸੈਟ ਟੂਗੈਦਰ। ਠੀਕ ਹੈ, ਮਤਲਬ ਚਾਹੇ ਡਿਫਰੈਂਟ ਏਜਿਸ ਦੇ ਬੱਚੇ ਨੇ, ਚਾਹੇ ਮਤਲਬ ਕਿ ਵੱਡੇ ਬੱਚੇ ਨੇ, ਯੰਗ ਥੋੜ੍ਹੇ ਅਡਲਟ ਨੇ, ਚਾਹੇ ਚਿਲਡਰਨ ਨੇ ਛੋਟੇ ਛੋਟੇ, ਉਹਨਾਂ ਲਈ ਡਿਫਰੈਂਟ ਕਲਾਸਰੂਮਸ ਨਹੀਂ ਥੇ। ਯੂ ਕੈਨ ਸੀ ਹੇਅਰ, ਤੁਸੀਂ ਇੱਥੇ ਦੇਖ ਸਕਦੇ ਹੋ, ਦੇਖੋ ਜਿੱਦਾਂ ਵੱਡੀ ਏਜ ਦੇ ਬੱਚੇ ਵੀ ਨੇ, ਠੀਕ ਹੈ, ਛੋਟੇ ਸਮੋਲ ਬੱਚੇ ਵੀ ਨੇ, ਕਾਫੀ ਜ਼ਿਆਦਾ ਛੋਟੇ ਬੱਚੇ ਵੀ ਨੇ, ਸੇਮ ਨੂੰ ਮਤਲਬ ਸਾਰੀਆਂ ਜਗ੍ਹਾ 'ਤੇ ਸੇਮ ਹੀ ਬਿਠਾਇਆ ਹੋਇਆ ਆ। ਇਹਨਾਂ ਲਈ ਸੈਪਰੇਟ, ਜਿੱਦਾਂ ਤੁਹਾਡੇ ਲਈ ਆ ਸੈਪਰੇਟ ਕਲਾਸਰੂਮ ਬਿਲਕੁਲ ਨਹੀਂ ਸੀਗੇ ਉਸ ਟਾਈਮ 'ਤੇ। ਠੀਕ ਹੈ ਜੀ, ਮਤਲਬ ਕਿ ਇੱਕੋ ਹੀ ਜਗ੍ਹਾ 'ਤੇ ਸੇਮ ਬੈਠ ਕੇ ਇੱਦਾਂ ਗੱਲ ਕਰ ਲਈ ਜਾਂਦੀ ਸੀ ਕਿ ਜਿਵੇਂ ਤੁਸੀਂ ਮੰਨ ਲਓ ਕਿ ਜਿਹੜੇ 8 ਈਅਰ ਤੋਂ ਲੈ ਕੇ 12 ਈਅਰ ਤੱਕ ਦੇ ਬੱਚੇ ਨੇ, ਉਹਨਾਂ ਲਈ ਇੱਕ ਮਤਲਬ ਕਿ ਉਹਨਾਂ ਨੂੰ ਸੈਪਰੇਟ ਗੱਲ ਕਰ ਲਈ ਜਾਂਦੀ ਸੀ ਉਹਨਾਂ ਦੇ ਲੈਵਲ ਦੀ ਗੱਲ। ਅਗਰ 15 ਤੋਂ ਲੈ ਕੇ 16 ਲੈਵਲ ਤੱਕ ਦੇ ਬੱਚੇ ਨੇ, ਠੀਕ ਹੈ, ਉਹਨਾਂ ਦੀ ਅਲੱਗ ਗੱਲ ਕਰ ਲਈ ਜਾਂਦੀ ਸੀ। ਅਗਰ ਛੋਟੇ ਲੈਵਲ ਦੇ ਬੱਚੇ ਨੇ ਤਾਂ ਉਹਨਾਂ ਨੂੰ ਇਕੱਠੇ ਬਿਠਾ ਕੇ ਉਹੀ ਜਗ੍ਹਾ ਸੇਮ ਪਲੇਸ ਦੇ ਉੱਪਰ, ਠੀਕ ਹੈ, ਉਹ ਗੱਲ ਕਰ ਲਈ ਜਾਂਦੀ ਸੀ। ਸਕੂਲਸ ਵਰ ਨਾਟ ਹੈਲਡ ਡਿਊਰਿੰਗ ਹਾਰਵੈਸਟ ਸੀਜ਼ਨ। ਠੀਕ ਹੈ, ਵੈਰੀ ਇੰਪੋਰਟੈਂਟ ਥਿੰਗ ਇੱਥੇ ਨੋਟ ਕਰਨ ਵਾਲੀ ਕਿ ਸਕੂਲ ਵਰ ਨਾਟ, ਠੀਕ ਹੈ, ਕੀ ਸੀਗੇ, ਸਕੂਲ ਵਰ ਨਾਟ ਹੈਲਡ ਡਿਊਰਿੰਗ ਹਾਰਵੈਸਟ ਸੀਜ਼ਨ। ਮਤਲਬ ਕਿ ਉਸ ਟਾਈਮ 'ਤੇ ਜਿਹੜੀ ਫੈਮਲੀਜ਼ ਹੁੰਦੀਆਂ ਸੀਗੀਆਂ ਉਸ ਟਾਈਮ 'ਤੇ ਮੋਸਟਲੀ ਪੂਅਰ ਪੀਪਲਸ ਹੁੰਦੇ ਸੀਗੇ ਜਿਹੜੇ ਵਿਲੇਜਸ ਵਿੱਚ ਹੁੰਦੇ ਸੀਗੇ, ਕਿ ਉਸ ਟਾਈਮ ਜਿਹੜੀਆਂ ਕਲਾਸਿਸ ਹੁੰਦੀਆਂ ਸੀਗੀਆਂ ਹਾਰਵੈਸਟ ਟਾਈਮ 'ਤੇ ਨਹੀਂ ਹੁੰਦੀਆਂ ਸੀ। ਹਾਰਵੈਸਟ ਤੁਹਾਨੂੰ ਪਤਾ ਹੀ ਕਿ ਕ੍ਰੋਪਸ ਵਗੈਰਾ ਜਦੋਂ ਘੱਟ ਹੁੰਦੀਆਂ ਸੀ ਹੈ ਨਾ ਫੀਲਡ ਦੇ ਵਿੱਚ, ਕਿਉਂਕਿ ਉਸ ਟਾਈਮ ਜਿਹੜੇ ਮੋਸਟਲੀ ਪੂਅਰ ਜਿਹੜੇ ਕਲਾਸਿਸ ਦੇ ਬੱਚੇ ਹੁੰਦੇ ਸੀਗੇ ਉਹ ਆਪਣੇ ਪੇਰੈਂਟਸ ਦੇ ਨਾਲ ਕੰਮ ਕਰਵਾਉਣ ਲਈ ਫੀਲਡ ਦੇ ਵਿੱਚ ਜਾਂਦੇ ਹੁੰਦੇ ਸੀ, ਸੋ ਦੇ ਨਾਟ ਅਟੈਂਡ ਦ ਕਲਾਸਿਸ। ਠੀਕ ਹੈ, ਦੇ ਡਿਡ ਨਾਟ ਅਟੈਂਡ ਐਨੀ ਕਲਾਸਿਸ, ਉਹ ਕੋਈ ਕਲਾਸ ਅਟੈਂਡ ਨਹੀਂ ਸੀ ਕਰਦੇ। ਈਵਨ ਕਿ ਸਕੂਲਸ ਵੀ ਮਤਲਬ ਕਿ ਸਟੂਡੈਂਟਸ ਨੂੰ ਫੋਰਸ ਨਹੀਂ ਸੀ ਕੀਤਾ ਜਾਂਦਾ ਕਿ ਉਹ ਕਲਾਸਿਸ ਆਉਣ ਹੀ, ਅਗਰ ਉਹਨਾਂ ਦਾ ਮਨ ਕਰਦਾ ਤਾਂ ਚਲੇ ਜਾਂਦੇ ਸੀ, ਅਗਰ ਨਹੀਂ ਮਨ ਕਰਦਾ ਸੀ ਤਾਂ ਨਹੀਂ ਜਾਂਦੇ ਸੀ। ਠੀਕ ਹੈ, classes were not held during harvest time when rural children often worked in the fields. Pathshala started once again when the crops had been cut and stored. ठीक है, this means that even children of peasant families could study। ਮਤਲਬ ਕਿ ਉਹਨਾਂ ਲਈ ਮਤਲਬ ਪਰਟੀਕੂਲਰ ਇਹ ਨਹੀਂ ਸੀ ਕਹਿੰਦੇ ਕਿ ਤੁਸੀਂ ਆਉਣਾ ਹੀ ਆਉਣਾ ਆ। ਠੀਕ ਹੈ, ਸਟੂਡੈਂਟਸ ਕਦੇ ਵੀ ਜਾ ਸਕਦੇ ਸੀਗੇ। ਉਹਨਾਂ ਦੀ ਮਤਲਬ ਕਿ ਰਿਗਡ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰਿਗਡ ਸਿਸਟਮ ਨਹੀਂ ਸੀਗਾ, ਫਲੈਕਸੀਬਲ ਸੀਗਾ। ਫਲੈਕਸੀਬਲ ਤੁਸੀਂ ਸਮਝ ਗਏ ਹੋਗੇ ਕਿ ਕਾਫੀ ਚੇਂਜਸ ਹੋ ਸਕਦੀਆਂ ਸੀਗੀਆਂ। ਠੀਕ ਹੈ, ਗੁਰੂ ਡਿਸਾਈਡ ਕਰਦਾ ਹੁੰਦਾ ਸੀਗਾ ਕਿ ਕੀ ਪੜ੍ਹਾਉਣਾ ਆ ਉਹਨਾਂ ਨੂੰ, ਕੀ ਠੀਕ ਆ, ਤਾਂ ਉਹਨਾਂ ਲਈ ਕੀ ਸਿਲੇਬਸ ਹੋਊਗਾ, ਕੋਈ ਰਿਟਨ ਐਗਜ਼ਾਮੀਨੇਸ਼ਨ ਸੀ, ਸਾਰੀ ਜਿਹੜੀ ਟੀਚਿੰਗ ਹੁੰਦੀ ਸੀ ਉਹ ਔਰਲ ਹੁੰਦੀ ਸੀ, ਜਿਹੜਾ ਗੁਰੂ ਹੀ ਡਿਸਾਈਡ ਕਰਦਾ ਹੁੰਦਾ ਸੀ ਕਿ ਵਟ ਟੂ ਟੀਚ, ਵਟ ਵਾਜ਼ ਦਾ ਮੋਸਟਲੀ ਬੇਸਡ ਔਨ ਦਾ ਨੀਡਸ ਆਫ ਦਾ ਸਟੂਡੈਂਟਸ। ਠੀਕ ਹੈ,
ਫੀ ਵਾਜ ਡਿਪੈਂਡੈਂਟ ਔਨ ਦਾ ਇਨਕਮ ਆਫ ਦ ਪੇਰੈਂਟਸ, ਠੀਕ ਹੈ। ਹੋਰ ਕੀ ਸੀਗਾ, ਕਲਾਸਿਸ ਇਨ ਸਮ ਪਲੇਸਿਸ ਵਰ ਹੈਲਡ ਅੰਡਰ ਟਰੀਜ਼, corner place shop or temple or gurus home. No fixed fees, no printed books, no separate school building, no benches, no chairs, no blackboards, no system of separate classes, no roll call registers, ठीक है, no examination and no regular timetable. This is all about our report of William Adams on schools. I hope you that everything is clear to you all. ਬਸ ਇਹਦੇ ਵਿੱਚ ਪੁੱਤਰ ਆਪਾਂ ਇੰਨਾ ਹੀ ਰੀਡ ਕਰਨਾ ਸੀ ਕਿ ਉਸ ਟਾਈਮ ਦੇ ਉੱਪਰ ਜਿਹੜੇ ਵਿਲੇਜਸ ਦੇ ਸਕੂਲ ਸੀਗੇ ਉਹਨਾਂ ਦਾ ਐਟਮੋਸਫੀਅਰ ਕਿੱਦਾਂ ਦਾ ਸੀਗਾ, ਕੀ ਸਿਸਟਮ ਸੀਗਾ, ਇਹ ਸਾਰਾ ਮਤਲਬ ਕਿ ਜਿਹੜੀ ਆਪਾਂ ਰਿਪੋਰਟ ਪੜ੍ਹੀ ਹੈ ਸਕੂਲਿੰਗ ਬਾਰੇ ਕਿ ਉਸ ਟਾਈਮ 'ਤੇ ਸਕੂਲਾਂ ਦੀ ਰਿਪੋਰਟ ਇੱਦਾਂ ਦੀ ਸੀ, ਠੀਕ ਹੈ। ਆਈ ਹੋਪ ਦੈਟ ਇਜ਼ ਕਲੀਅਰ ਟੂ ਯੂ ਆਲ। ਨਾ ਤੁਸੀਂ ਪੁੱਤਰ ਕੀ ਕਰਨਾ, ਤੁਸੀਂ ਆਪਣੀ ਬੁੱਕਸ ਦੇ ਉੱਪਰ ਇਹ ਸਾਰਾ ਦੁਬਾਰਾ ਰੀਡ ਕਰਨਾ ਇੱਕ ਵਾਰ ਤਾਂ ਕਿ ਤੁਹਾਨੂੰ ਸਾਰੀ ਕਲੈਰੀਫਿਕੇਸ਼ਨ ਦੁਬਾਰਾ ਹੋ ਜਾਏ। ਥੈਂਕ ਯੂ।